असलामुअलैकुम की हाल है सारिਆਂ ਦਾ ठीक ठाक हो सेहत शेहत ठीक है अल्लाह ताला ਤੁਹਾਨੂੰ ਸਭ ਨੂੰ ਆਪਣੇ ਹਿਫਜ਼ ਈਮਾਨ 'ਚ ਰੱਖੇ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਤੁਸੀਂ ਕੀ ਸਮਝਦੇ ਹੋ ਜਿਸ ਬੰਦੇ ਨੂੰ 9 ਸਾਲ ਯੂਰਪ ਹੋ ਗਏ ਹੋਣ ਬੜੇ ਔਖੇ ਹੋ ਕੇ ਉਹਨੇ ਡਾਕੂਮੈਂਟ ਲਏ ਹੋਣ ਤੇ ਉਹਨੂੰ ਪਤਾ ਇਹ ਲੱਗੇ ਕਿ ਯੂਰਪ ਦੀ ਗਵਰਨਮੈਂਟ ਨੇ ਉਹਨੂੰ ਮੁਰਦਾ ਡਿਕਲੇਅਰ ਕਰ ਦਿੱਤੇ ਹੈ, ਉਹਦੇ ਤੇ ਕੀ ਗੁਜ਼ਰਦੀ ਹੋਣੀ ਹੈ। ਨਾਲੇ ਸਾਰਿਆਂ ਤੋਂ ਵੱਡੀ ਗੱਲ ਸ਼ੁਕਰ ਕਰੇ ਕਿ ਉਹ ਪਾਕਿਸਤਾਨ ਨਹੀਂ ਸੀ ਛੁੱਟੀ ਗਿਆ। ਜੇ ਪਾਕਿਸਤਾਨ ਛੁੱਟੀ ਗਿਆ ਹੁੰਦਾ ਨਾ ਏਅਰਪੋਰਟ ਤੇ ਡੱਕ ਕੇ ਉਹਨਾਂ ਵਾਪਸ ਭੇਜ ਦੇਣਾ ਸੀ। ਉਹਨਾਂ ਆਣਾ ਤੂੰ ਤੇ ਮਰ ਗਏ ਕਿਸੇ ਹੋਰ ਦੇ ਡਾਕੂਮੈਂਟ ਤੇ ਆਉਣੇ ਪਿਆ ਤੂੰ। ਤੇ ਇਹ ਸ਼ੁਕਰ ਕਰੇ। ਨਾਲੇ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਰਿਸਕ ਲੈਣਾ ਜਾਣਦੇ ਹਾਂ। ਜਿੰਨੀ ਦੇਰ ਤੱਕ ਸਾਡੇ ਤੋਂ ਟਰੈਕਟਰ ਜਾਂ ਜਹਾਜ਼ ਲੰਘ ਨਹੀਂ ਨਾ ਜਾਂਦਾ ਤੇ ਫਿਰ ਅਸੀਂ ਰਿਸਕ ਲੈਂਦੇ ਰਹਿੰਦੇ ਹਾਂ। ਜੇ ਤੇ ਰਿਸਕ ਹੋ ਜਾਏ ਕਾਮਯਾਬ ਫਿਰ ਤੇ ਕਹਿੰਦੇ ਬੜਾ ਜੀ ਕੰਮ ਹੋਇਆ, ਤੇ ਜੇ ਹੋ ਜਾਏ ਨਾਕਾਮ ਤੇ ਫਿਰ ਆਪਣੇ ਸਿਰ 'ਚ ਹੱਥ ਮਾਰਨੇ ਆ ਕਿ ਅਸੀਂ ਕੀ ਕੰਮ ਕਰ ਬੈਠੇ ਹਾਂ। ਤੇ ਇਸੇ ਤਰ੍ਹਾਂ ਜਨਾਬ ਇੱਥੇ ਅਕਸਰ ਜਿਹੜੇ ਬਗੈਰ ਡਾਕੂਮੈਂਟ ਵਾਲੇ ਨਾ ਉਹ ਡਾਕੂਮੈਂਟ ਵਾਲੇ ਤੇ ਗਿਲਾ ਸ਼ਿਕਵਾ ਕਰਦੇ ਨੇ ਕਿ ਯਾਰ ਇਹ ਸਾਡੀ ਮਦਦ ਨਹੀਂ ਕਰਦੇ। ਮਦਦ ਉਹ ਕਿਸ ਤਰ੍ਹਾਂ ਜੇ ਮਕਾਨ ਤੇ ਰੱਖਦੇ ਨੇ, ਜੇ ਕਿਤੇ ਚੈੱਕ ਹੋ ਜਾਣ ਤੇ ਪੁਲਿਸ ਆ ਪੁੱਛਦੀ ਆ ਵੀ ਇਹ ਤੁਹਾਡੇ ਕੋਲ ਕਿਉਂ ਰਹਿ ਰਿਹਾ, ਕਿਸ ਤਰ੍ਹਾਂ ਰਹਿ ਰਿਹਾ, ਕਿਸ ਤਰ੍ਹਾਂ ਤੁਹਾਨੂੰ ਪੈਸੇ ਪੇ ਕਰ ਰਿਹਾ, ਤੁਹਾਨੂੰ ਅਲਾਓ ਨਹੀਂ ਹੈ ਇਹਨੂੰ ਰੱਖਣਾ, ਇਹਨੂੰ ਤਾਂ ਕੈਂਪ 'ਚ ਰਹਿਣਾ ਚਾਹੀਦਾ ਅਗਰ ਇਹਦੇ ਕੋਲ ਡਾਕੂਮੈਂਟ ਨਹੀਂ। ਤੇ ਬੜੇ ਮਸਲੇ ਬਣਦੇ ਨੇ ਲੇਕਿਨ ਸਾਡੇ ਬੰਦੇ ਫਿਰ ਵੀ ਰਿਸਕ ਲੈ ਲੈਂਦੇ ਨੇ। ਇਸੇ ਤਰ੍ਹਾਂ ਇੱਕ ਮਕਾਨ ਤੇ 6-7 ਮੁੰਡੇ ਰਹਿੰਦੇ ਸੀ, ਵਿੱਚੋਂ 2-3 ਬਗੈਰ ਡਾਕੂਮੈਂਟ ਵਾਲੇ ਸੀ। ਡਾਕੂਮੈਂਟ ਵਾਲੇ ਵਿੱਚੋਂ ਇੱਕ ਬਗੈਰ ਡਾਕੂਮੈਂਟ ਵਾਲੇ ਦੀ ਤਬੀਅਤ ਹੋ ਗਈ ਖਰਾਬ, ਬਹੁਤ ਜ਼ਿਆਦਾ ਖਰਾਬ ਹੋਈ। ਤੇ ਉਹਨਾਂ ਆਖਿਆ ਇਹ ਨਹੀਂ ਬਚਦਾ। ਉਹਨਾਂ ਆਖਿਆ ਜੀ ਕਰੋ ਐਂਬੂਲੈਂਸ ਨੂੰ ਫੋਨ। ਉਹਨਾਂ ਆਖਿਆ ਐਂਬੂਲੈਂਸ ਨੂੰ ਫੋਨ ਕੀਤਾ, ਘਰ ਆਈ ਤੇ ਪੁਲਿਸ ਇਨਕੁਆਇਰੀ ਕਰੇਗੀ ਇਹ ਘਰ ਤੁਹਾਡੇ 'ਚ ਰਹਿ ਕਿਸ ਤਰ੍ਹਾਂ ਰਿਹਾ ਸੀ। ਉਹਨਾਂ ਆਖੇ ਕੋਈ ਆਖੇ ਨਹੀਂ ਯਾਰ ਆਖਾਂਗੇ ਸਾਨੂੰ ਮਿਲਣ ਆਏ ਅਸੀਂ, ਕੋਈ ਆਂਦਾ ਮੈਂ ਇਹ ਆਖਾਂਗੇ। ਉਹਨਾਂ ਆਖਿਆ ਨਹੀਂ ਪੁਲਿਸ ਤੇ ਫਿਰ ਜਾਨ ਨਹੀਂ ਛੱਡਦੀ। ਉਹ ਇੱਕ ਆਂਦਾ ਵਿੱਚੋਂ ਇੰਝ ਕਰਨੇ ਆ ਇਹਨੂੰ ਜਾ ਕੇ ਬਿਲਡਿੰਗ ਤੋਂ ਥੱਲੇ ਰੱਖਾਉਂਦੇ ਆ ਤੇ ਉੱਥੋਂ ਕਾਲ ਕਰਨੇ ਆ ਵੀ ਇੱਥੋਂ ਬੰਦਾ ਲੰਘਦਾ ਆ ਪਿਆ ਇਹਦੀ ਤਬੀਅਤ ਖਰਾਬ। ਉਹਨੇ ਆਖਿਆ ਨਹੀਂ ਯਾਰ ਇਹ ਵੀ ਕੰਮ ਨਹੀਂ ਸਹੀ। ਵਿੱਚੋਂ ਇੱਕ ਬੋਲਿਆ ਉਹਦੇ ਕੋਲ ਡਾਕੂਮੈਂਟ ਸੀ। ਉਹਨੇ ਆਖਿਆ ਯਾਰ ਛੱਡੋ ਸਾਰੀਆਂ ਗੱਲਾਂ, ਇਹ ਮੇਰੇ ਡਾਕੂਮੈਂਟ ਲਵੋ ਤੇ ਕਾਲ ਕਰੋ ਜਿਹੜਾ ਹਸਪਤਾਲ। ਉਹਨਾਂ ਹਸਪਤਾਲ ਕਾਲ ਕੀਤੀ, ਐਂਬੂਲੈਂਸ ਉਹਨਾਂ 5 ਮਿੰਟਾਂ 'ਚ ਐਂਬੂਲੈਂਸ ਆ ਗਈ। ਐਂਬੂਲੈਂਸ ਵਾਲੇ ਆ ਕੇ ਡਾਕੂਮੈਂਟ ਪੁੱਛੇ, ਉਹਨਾਂ ਆਖਿਆ ਕਿ ਨਾ ਪਤਾ, ਉਹਨੇ ਹੈ ਨਾ ਪਤਾ। ਉਹਨਾਂ ਜਨਾਬ ਉਸੇ ਟਾਈਮ ਗੱਡੀ 'ਚ ਪਾਇਆ ਐਂਬੂਲੈਂਸ ਤੇ ਲੈ ਗਿਆ ਹਸਪਤਾਲ। ਜਾ ਕੇ ਉਹਨੇ ਆਕਸੀਜਨ ਵਗੈਰਾ ਲਾਈ। ਉਹਨਾਂ ਆਖਿਆ ਜਿਹਦਾ ਆਪਰੇਸ਼ਨ ਹੋਵੇਗਾ। ਉਹਨਾਂ ਆਪਰੇਸ਼ਨ ਸ਼ੁਰੂ ਕੀਤਾ। ਆਪਰੇਸ਼ਨ ਕਿਸੇ ਵਜ੍ਹਾ ਤੋਂ ਨਾ ਪਾਸ ਹੋਇਆ, ਉਹ ਫੌਤ ਹੋ ਗਿਆ। ਜਿਸ ਵੇਲੇ ਉਹ ਫੌਤ ਹੋਇਆ ਤੇ ਉਹਨਾਂ ਨੇ ਜਨਾਬ ਜਿਹੜੇ 9 ਸਾਲ ਦਾ ਉਹਦਾ ਟੈਕਸ ਸੀ ਨਾ, ਜਿਹੜੇ ਬੰਦੇ ਨੇ ਆਪਣੇ ਡਾਕੂਮੈਂਟ ਦਿੱਤੇ ਉਹਦਾ 9 ਸਾਲ ਦਾ ਟੈਕਸ ਉਹ ਨਾਲ ਉਹਨਾਂ ਨੇ ਆਪਣੀ ਤਰਫੋਂ ਮਦਦ ਕੀਤੀ। ਗੌਰਮੈਂਟ ਨੇ ਡੈਥ ਬਾਡੀ ਜਿਹੜੀ ਹੈ ਉਹ ਫ੍ਰੀ ਪਾਕਿਸਤਾਨ ਟੋਰੀ ਫ੍ਰੀ ਗਈ। ਜਾ ਕੇ ਉਹਦੀ ਫੈਮਿਲੀ ਨੂੰ ਵੀ ਸਾਰਾ ਪੈਸਾ ਦਿੱਤਾ। ਨਾਲ ਉਹਨਾਂ ਨੇ ਇਹ ਆਖਿਆ ਕਿ ਜੇ ਅਗਰ ਇਹਦਾ ਕੋਈ ਬੱਚਾ 18 ਸਾਲ ਤੋਂ ਵੱਡਾ ਉਹ ਅਗਰ ਯੂਰਪ ਆਉਣਾ ਚਾਹੇ ਤੇ ਆ ਸਕਦਾ ਤੇ ਅਸੀਂ ਇਹਨੂੰ ਡਾਕੂਮੈਂਟ ਵੀ ਦਿਆਂਗੇ ਤੇ ਕੰਮ ਵੀ ਦਿਆਂਗੇ। ਉਹਨਾਂ ਆਖਿਆ ਇਹਦੇ ਨਾਲ ਵੱਡੀ ਹੋਰ ਕਿਹੜੀ ਗੱਲ ਹੈ। ਉਹ ਜਨਾਬ ਉਹਦਾ ਮੁੰਡਾ ਜਿਹੜਾ ਉਹ ਯੂਰਪ ਆ ਗਿਆ। ਇੱਥੇ ਯੂਰਪ ਆਇਆ, ਆ ਕੇ ਉਹਨੇ ਡਾਕੂਮੈਂਟ ਲੈ ਲਏ। ਅੱਗੂ ਜਿਹੜਾ ਸੀ ਨਾ ਡਾਕੂਮੈਂਟ ਵਾਲਾ ਜਿਹਨੇ ਹਸਪਤਾਲ ਵਾਸਤੇ ਪੇਪਰ ਦਿੱਤੇ ਸੀ ਉਹ ਕਰਦਾ ਹੈ ਇੱਕ ਫੈਕਟਰੀ 'ਚ ਕੰਮ। ਫੈਕਟਰੀ 'ਚ ਉਹ ਆਪਣੀ ਆਮ ਰੂਟੀਨ 'ਤੇ ਕਰਦਾ ਆ, ਉਹਦੀ ਤਨਖਾਹ ਜਾਂਦੀ ਸੀ ਬੈਂਕ 'ਚੋਂ ਆਪਣੀ ਕਢਾ ਕੇ ਇਸਤੇਮਾਲ ਕਰਦਾ ਆ। ਉਹਨੂੰ ਕਦੇ ਜ਼ਰੂਰਤ ਹੀ ਨਹੀਂ ਪਈ ਕਿਸੇ ਪਾਸੇ ਹੋਰ। ਸਾਲ ਬਾਅਦ ਉਹਨਾਂ ਟੈਕਸ ਵਾਲਿਆਂ ਨੂੰ ਇਹ ਪਤਾ ਲੱਗਦਾ ਕਿ ਇਹ ਬੰਦਾ ਤੇ ਮੁਰਦਾ ਕਰਾਰ ਹੈ ਤੇ ਕੰਮ ਤੇ ਇਹਦਾ ਟੈਕਸ ਆ ਰਿਹਾ ਤੇ ਤਨਖਾਹ ਇਹਦੀ ਜਾ ਰਹੀ ਹੈ। ਉਹਨਾਂ ਜਨਾਬ ਫੈਕਟਰੀ ਮਾਰਿਆ ਛਾਪਾ। ਜਿਸੇ ਛਾਪਾ ਮਾਰਿਆ ਉਸ ਬੰਦੇ ਨੂੰ ਜਾ ਫੜਿਆ। ਉਹਨੂੰ ਆਂਦੇ ਨੇ ਕਿ ਤੂੰ ਕਿਹਦੇ ਡਾਕੂਮੈਂਟ 'ਤੇ ਕੰਮ ਕਰ ਰਹੇ, ਇਹ ਤਾਂ ਬੰਦਾ ਹੋ ਗਿਆ ਫੌਤ। ਉਹਨੇ ਆਖਿਆ ਬੰਦਾ ਕਿੰਝ ਫੌਤ ਹੋ ਗਿਆ, ਇਹ ਹੀ ਡਾਕੂਮੈਂਟ ਮੇਰੇ ਨੇ। ਉਹਨਾਂ ਆਖਿਆ ਅੱਛਾ। ਉਹ ਫੜ ਕੇ ਲੈ ਗਏ। ਜਾ ਕੇ ਉਹਨਾਂ ਫਿੰਗਰ ਲਏ ਤੇ ਫਿੰਗਰ ਵਾਕਈ ਡਾਕੂਮੈਂਟ ਨਾਲ ਮੈਚ ਹੋ ਗਏ। ਉਹਨਾਂ ਜਨਾਬ ਫਿਰ ਅਦਾਲਤ ਪੇਸ਼ ਕੀਤਾ। ਉਹਨਾਂ ਆਖਿਆ ਜੀ ਇਹ ਗੱਲ ਹੈ। ਅਦਾਲਤ ਨੇ ਆਖਿਆ ਜੇ ਮੈਚ ਹੁੰਦੇ, ਉਹਨੇ ਆਖਿਆ ਹਾਂ ਬਈ ਤੂੰ ਦੱਸ ਤੇਰੇ ਡਾਕੂਮੈਂਟ ਕਿੰਝ ਹੋਏ। ਉਹਨੇ ਆਖਿਆ ਮੈਂ ਇਸ ਮਕਾਨ 'ਚ ਰਹਿੰਦਾ ਸਾਂ, ਮੈਨੂੰ ਨਹੀਂ ਪਤਾ ਕਿ ਕਿਸ ਬੰਦੇ ਨੇ ਜਿਹੜਾ ਇਹ ਮੇਰੇ ਨਾਲ ਕੰਮ ਕੀਤਾ। ਮੈਨੂੰ ਤਾਂ ਆਪੂ ਇਸ ਗੱਲ ਦੀ ਸਮਝ ਨਹੀਂ ਹੈ ਮੇਰੇ ਡਾਕੂਮੈਂਟ ਕਿਸ ਤਰ੍ਹਾਂ ਇਸ ਬੰਦੇ ਤੱਕ ਪਹੁੰਚੇ ਨੇ, ਹਾਲਾਂਕਿ ਉਹਨੇ ਆਪੂ ਦਿੱਤੇ ਸੀ। ਉਹਨਾਂ ਆਖਿਆ ਅੱਛਾ ਇਹ ਗੱਲ ਆ। ਉਹਨਾਂ ਆਖਿਆ ਜੀ ਉਸ ਮਕਾਨ 'ਚ ਜਿੰਨੇ ਬੰਦੇ ਰਹਿੰਦੇ ਸੀ ਨਾ ਸਾਰਿਆਂ ਨੂੰ ਬੁਲਾਓ। ਉਹ ਸਾਰੇ ਤਿੱਤਰ ਪਿੱਤਰ ਹੋ ਗਏ, ਗਾਇਬ ਹੋ ਗਏ। ਉਹ ਮਕਾਨ ਜੀ ਉੱਥੇ ਪਤਾ ਕੀਤੀ ਉਹ ਮਕਾਨ ਤੇ ਖਾਲੀ ਹੈ। ਲੇਕਿਨ ਹਕੂਮਤ ਨੇ ਇੰਝ ਕੀਤਾ ਕਿ ਉਹਦੇ ਜਿਹੜੇ ਨਾ ਡਾਕੂਮੈਂਟ ਉਹਨੂੰ ਵਾਪਸ ਕਰ ਦਿੱਤੇ। ਲੇਕਿਨ ਉਹਨਾਂ ਨਾਲ ਇਹ ਆਖਿਆ ਅਦਾਲਤ ਨੇ ਕਿ ਜਿਹੜੇ ਬੰਦੇ ਨੂੰ ਬੱਚੇ ਨੂੰ ਪੇਪਰ ਮਿਲੇ ਨੇ 18 ਸਾਲ ਤੋਂ ਉੱਤੇ ਉਹਨੂੰ ਪੇਸ਼ ਕਰੋ। ਜਿਸ ਵੇਲੇ ਉਹਨਾਂ ਨੇ ਉਸ ਮਕਾਨ 'ਤੇ ਉਹਦਾ ਐਡਰੈਸ ਜਿਹੜਾ ਹੈ ਹੋਰ ਮਕਾਨ ਦਾ ਸੀ, ਰਹਿੰਦਾ ਕਿਧਰੇ ਹੋਰ ਸੀ ਪਿਆ। ਉਹ ਜਿਸ ਵੇਲੇ ਉਹਨਾਂ ਨੇ ਉੱਥੇ ਮਕਾਨ 'ਤੇ ਛਾਪਾ ਮਾਰਿਆ, ਆ ਗਏ ਉੱਥੇ ਮੌਜੂਦ ਕੋ ਨਾ। ਉਹਨੂੰ ਦੱਸੀ ਉਹਨੇ ਵੀ ਇਸ ਤਰ੍ਹਾਂ ਪੁਲਿਸ ਤੇਰਾ ਪਤਾ ਕਰਨ ਆਈ ਸੀ। ਉਹਨੇ ਪਤਾ ਕੀਤਾ ਕਿ ਇਹ ਮਸਲਾ। ਉਹਨੇ ਆਖਿਆ ਜੀ ਇਹ ਪ੍ਰੋਬਲਮ ਬਣੀ ਹੈ ਤੇ ਇਸ ਵਜ੍ਹਾ ਤੋਂ ਬੰਦਿਆਂ ਨੇ ਮਸ਼ਵਰਾ ਦਿੱਤਾ ਤੂੰ ਇੰਝ ਕਰ ਮੁਲਕ ਛੱਡਣ ਵਾਲੀ ਗੱਲ ਕਰ, ਨਹੀਂ ਤਾਂ ਇਹਨਾਂ ਤੈਨੂੰ ਫੜ ਕੇ ਡਿਪੋਰਟ ਕਰ ਦੇਣਾ। ਉਹਨੇ ਕਿਹਾ ਅੱਛਾ ਇਹ ਗੱਲ ਹੈ। ਉਹਨੇ ਜਨਾਬ ਉਸੇ ਟਾਈਮ ਕਰਾਈ ਟਿਕਟ ਤੇ ਦੂਜੇ ਮੁਲਕ ਟੁਰ ਗਿਆ। ਉੱਥੇ ਜਾ ਕੇ ਸੈੱਟ ਹੋ ਗਿਆ। ਲੇਕਿਨ ਕਹਿਣ ਦਾ ਮਕਸਦ ਇਹ ਹੈ ਕਿ ਇਹਦੇ ਤੋਂ ਵੱਡਾ ਵੀ ਨੁਕਸਾਨ ਹੋ ਸਕਦਾ ਸੀ ਉਸ ਬੰਦੇ ਦਾ ਜਿਹਨੇ ਡਾਕੂਮੈਂਟ ਦਿੱਤੇ ਸੀ।
ਤੇ ਇਸ ਵਾਸਤੇ ਰਿਸਕ ਵੀ ਜਿਹੜਾ ਸੋਚ ਸਮਝ ਕੇ ਲੈਣਾ ਚਾਹੀਦਾ ਹੈ। ਆਪਣੇ ਡਾਕੂਮੈਂਟ ਤੇ ਇhtiyat ਕਰਨੀ ਚਾਹੀਦੀ ਹੈ। ਤੇ ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤੇ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰਦੇ ਹੋ ਤੇ ਯਕੀਨ ਕਰੋ ਦਿਲ ਖੁਸ਼ ਹੁੰਦਾ ਹੈ। ਤੇ ਜ਼ਰੂਰ ਮਦਦ ਕਰਿਆ ਕਰੋ, ਕਿਉਂਕਿ ਸਬਸਕ੍ਰਾਈਬ ਵਧਣਗੇ ਤੇ ਤਾਂ ਹੀ ਹੌਸਲਾ ਵੱਧਦਾ ਬੰਦੇ ਦਾ ਕਿ ਬੰਦਾ ਮਜ਼ੀਦ ਅੱਛੀ ਵੀਡੀਓ ਬਣਾਏ। ਤੁਸੀਂ ਵੀਡੀਓ ਮੇਰੀ ਅਗਰ ਦੇਖਦੇ ਹੋ, ਤੁਹਾਨੂੰ ਪਤਾ ਤੁਹਾਡੀ ਵਜ੍ਹਾ ਨਾਲ ਹੀ ਜਿਹੜੇ ਟੌਪ ਤੇ ਪਹੁੰਚੇ ਨੇ ਯੂਟਿਊਬਾਂ ਤੇ, ਉਹ ਤੁਹਾਡੀ ਵਜ੍ਹਾ ਨਾਲ ਹੀ ਪਹੁੰਚੇ ਨੇ, ਕਿਉਂਕਿ ਤੁਹਾਡੇ ਲਾਈਕ ਤੇ ਜਿਹੜੇ ਸਬਸਕ੍ਰਾਈਬ ਨੇ ਇਹਦੀ ਵਜ੍ਹਾ ਨਾਲ ਹੌਸਲਾ ਵਧਦਾ। ਇੱਕ ਵੀ ਸਬਸਕ੍ਰਾਈਬ ਆਉਂਦਾ ਨਾ ਤੇ ਬੜਾ ਖੁਸ਼ ਹੋਈਦਾ ਯਾਰ, ਨਾਲ ਦੁਆ ਦੇ ਦਈਏ ਚਲੋ ਯਾਰ ਕਿਸੇ ਭਾਈ ਨੇ ਸਾਨੂੰ ਸਬਸਕ੍ਰਾਈਬ ਕੀਤਾ। ਤੇ ਵੀਡੀਓ ਅੱਛੀ ਲੱਗੇ ਤੇ ਕਰਿਆ ਕਰੋ। ਆਪਣਾ ਖਿਆਲ ਰੱਖਿਆ ਕਰੋ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।